ਪਿਆਰੇ ਵਿਦਿਆਰਥੀਓ, ਮੈਂ ਕੁਲਦੀਪ ਸਿੰਘ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 12ਵੀਂ ਦੇ ਵਿੱਚੋਂ ਸਾਹਿਤ ਦੇ ਰੂਪ ਤੇ ਸਾਹਿਤ ਦੇ ਰੂਪਾਂ ਦੇ ਵਿੱਚੋਂ ਨਿੱਕੀ ਕਹਾਣੀ। ਕਹਾਣੀ ਦੇ ਬਾਰੇ ਅਸੀਂ ਜਾਣਾਂਗੇ ਤੇ ਨਿੱਕੀ ਕਹਾਣੀ ਇਸ ਨੂੰ ਕਿਉਂ ਕਿਹਾ ਜਾਂਦਾ ਹੈ ਉਸ ਦੀ ਗੱਲ ਕਰਾਂਗੇ। ਨਿੱਕੀ ਕਹਾਣੀ ਕਿੰਨਾ ਤੱਤਾਂ ਤੋਂ ਮਿਲ ਕੇ ਬਣਦੀ ਹੈ ਉਹਨਾਂ ਦੀ ਗੱਲ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ। ਜਿਹੜੀ ਨਿੱਕੀ ਕਹਾਣੀ ਹੈ ਉਸ ਦੇ ਜਨਮ ਦੇ ਨਾਲ, ਉਸ ਦੇ ਨਿਕਾਸ ਦੇ ਨਾਲ ਦੋ ਗੱਲਾਂ ਜੁੜੀਆਂ ਹੋਈਆਂ ਹਨ। ਇੱਕ ਤਾਂ ਮੰਨਿਆ ਜਾਂਦਾ ਹੈ ਕਿ ਇਹ ਜਿਹੜੀ ਸਾਡੀ ਆਪਣੀ ਦੇਸੀ ਬਾਤ ਪਰੰਪਰਾ ਹੈ, ਜਿਹੜੀਆਂ ਲੋਕ ਬਾਤਾਂ ਸੀ ਉਹਨਾਂ ਤੋਂ ਹੀ ਇਸ ਦਾ ਜਨਮ ਮੰਨਿਆ ਜਾਂਦਾ ਹੈ। ਜਿਹੜੀਆਂ ਲੋਕ ਬਾਤਾਂ ਸੀ, ਜਿਹੜੀਆਂ ਕਹਾਣੀਆਂ ਸੀ ਜੋ ਸਾਡੇ ਦਾਦਾ ਦਾਦੀ ਨਾਨਾ ਨਾਨੀ ਸੁਣਾਇਆ ਕਰਦੇ ਸਨ। ਦੂਜਾ ਮੰਨਿਆ ਜਾਂਦਾ ਹੈ ਕਿ ਇਸ ਦਾ ਜਨਮ ਹੈ ਜਿਹੜਾ ਉਹ ਪੱਛਮੀ ਪ੍ਰਭਾਵ ਅਧੀਨ ਹੋਇਆ, ਪੱਛਮ ਤੋਂ ਆਈ ਹੋਈ ਇਸ ਨੂੰ ਮੰਨਿਆ ਜਾਂਦਾ ਹੈ। ਕਹਾਣੀ ਸੁਣਨ ਤੇ ਸੁਣਾਉਣ ਦੀ ਜਿਹੜੀ ਭੁੱਖ ਹੈ ਉਹ ਮਨੁੱਖ ਦੇ ਅੰਦਰ ਸ਼ੁਰੂ ਤੋਂ ਹੀ ਰਹੀ ਹੈ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਹਾਣੀ ਦਾ ਜਨਮ ਆਦਿ ਮਾਨਵ ਦੇ ਕਾਲ ਦੇ ਵਿੱਚ ਹੀ ਹੋ ਗਿਆ ਹੋਊਗਾ। ਜਦੋਂ ਆਦਿ ਮਾਨਵ ਪਹਿਲੀ ਵਾਰ ਸ਼ਿਕਾਰ ਕਰਨ ਗਿਆ ਹੋਣਾ ਹੈ, ਉਸ ਨੇ ਸ਼ਿਕਾਰ ਕਰਦੇ ਹੋਏ ਜਿਹੜੀਆਂ ਔਕੜਾਂ ਮੁਸੀਬਤਾਂ ਝੱਲੀਆਂ ਹੋਣਗੀਆਂ ਤੇ ਆ ਕੇ ਫਿਰ ਆਪਣੇ ਸਾਥੀਆਂ ਨੂੰ ਜਦੋਂ ਉਸ ਦੇ ਬਾਰੇ ਸੁਣਾਇਆ ਹੋਣਾ ਹੈ, ਉਸ ਦੇ ਵਿੱਚ ਕੁਝ ਅੰਸ਼ ਵਧਾ ਚੜ੍ਹਾ ਕੇ ਦੱਸੇ ਹੋਣੇ ਹੈ, ਤਾਂ ਉਹ ਪਹਿਲੀ ਕਹਾਣੀ ਉਸ ਨੂੰ ਅਸੀਂ ਕਹਿ ਸਕਦੇ ਹਾਂ ਆਦਿ ਮਾਨਵ ਦੀ। ਕਹਾਣੀ ਤੇ ਨਾਵਲ ਜਿਹੜੇ ਹੈਗੇ ਹੈ ਉਹ ਗਲਪ ਸਾਹਿਤ ਦੇ ਅਧੀਨ ਆਉਂਦੇ ਹੈ ਤੇ ਗਲਪ ਜਿਹੜਾ ਸਾਹਿਤ ਹੈ ਉਹ ਕਲਪਨਾ ਦੇ ਨਾਲ ਲਿਖਿਆ ਹੋਇਆ ਸਾਹਿਤ ਹੁੰਦਾ ਹੈ। ਕਲਪਨਾ ਇਹੋ ਜਿਹੀ ਹੁੰਦੀ ਆ ਉਹ ਕਿ ਉਹ ਜੀਵਨ ਦੇ ਨੇੜੇ ਤੇੜੇ ਰਹਿੰਦੀ ਹੈ, ਜੀਵਨ ਯਥਾਰਥ ਦੇ ਨੇੜੇ ਤੇੜੇ ਰਹਿੰਦੀ ਹੈ। ਇਸ ਗਲਪ ਦੇ ਵਿੱਚੋਂ ਜੇ ਅਸੀਂ ਲੱਲਾ ਕੱਟ ਦਈਏ ਤਾਂ ਸਾਡੇ ਕੋਲ ਗੱਪ ਬਚ ਜਾਂਦਾ ਹੈ, ਪਰ ਇਹ ਉਹ ਗੱਪ ਨਹੀਂ ਹੈ ਕਿ ਜੋ ਬਿਲਕੁਲ ਹੀ ਝੂਠ ਹੁੰਦਾ ਹੈ। ਇਹ ਸਾਹਿਤਿਕ ਗੱਪ ਹੈ। ਇਸ ਦੇ ਵਿੱਚ ਕਲਪਨਾ ਦਾ ਅੰਸ਼ ਇੰਨਾ ਕੀ ਹੁੰਦਾ ਹੈ ਕਿ ਉਹ ਯਥਾਰਥ ਤੋਂ, ਸੱਚ ਤੋਂ ਪਰੇ ਨਹੀਂ ਜਾਂਦਾ। ਜਿਹੜੀ ਅਸੀਂ ਗੱਲ ਕਰੀ ਸੀ ਨਾ ਕਿ ਜਿਹੜਾ ਆਦਿ ਮਾਨਵ ਹੈ ਪਹਿਲੀ ਵਾਰ ਸ਼ਿਕਾਰ ਕਰਕੇ ਗਿਆ ਹੋਣਾ ਹੈ, ਉਹ ਚਾਹੇ ਖੁਦ ਡਰਿਆ ਹੋਵੇ ਜੰਗਲੀ ਜਾਨਵਰਾਂ ਤੋਂ, ਪਰ ਉਸ ਨੇ ਆਪਣੇ ਆਪ ਨੂੰ ਆਪਣੇ ਸਾਥੀਆਂ ਦੇ ਸਾਹਮਣੇ ਬਹਾਦਰ ਬਣਾ ਕੇ ਪੇਸ਼ ਕਰਿਆ ਹੋਣਾ ਹੈ। ਇਹ ਉਸ ਦੀ ਗਲਪ ਰਚਨਾ ਹੋਊਗੀ, ਇਹ ਉਸ ਦੀ ਕਾਲਪਨਿਕ ਰਚਨਾ ਸੀ। ਉਸਨੇ ਥੋੜ੍ਹਾ ਬਹੁਤ ਕਲਪਨਾ ਦਾ ਅੰਸ਼ ਉਸ ਨੂੰ ਰਲਾਤਾ ਕਿਉਂਕਿ ਉਹ ਆਪਣੇ ਆਪ ਨੂੰ ਉੱਥੇ ਕਮਜ਼ੋਰ ਨਹੀਂ ਦਿਖਾ ਸਕਦਾ ਸੀ, ਆਪਣੇ ਆਪ ਨੂੰ ਡਰਪੋਕ ਨਹੀਂ ਦਿਖਾ ਸਕਦਾ ਸੀ। ਤਾਂ ਇੱਥੋਂ ਹੀ ਜਿਹੜਾ ਕਹਾਣੀ ਰਚਨਾ ਦੀ ਸ਼ੁਰੂਆਤ ਮੰਨ ਲਈ ਜਾਵੇ ਤਾਂ ਇਹ ਵੀ ਕੋਈ ਬਹੁਤਾ ਵਧਾ ਚੜ੍ਹਾ ਕੇ ਕਿਹਾ ਗਿਆ ਤੱਥ ਨਹੀਂ ਹੈ। ਯਾਨੀ ਕਿ ਕਹਾਣੀ ਦੀ ਸ਼ੁਰੂਆਤ ਜਿਹੜੀ ਗੱਲ ਕਰ ਰਹੇ ਹਾਂ ਆਪਾਂ, ਤੇ ਉਸ ਤੋਂ ਬਾਅਦ ਜਿਹੜੀਆਂ ਲੋਕ ਬਾਤਾਂ ਆ ਜਾਂਦੀਆਂ ਹਨ, ਸਾਡੀ ਆਪਣੀ ਦੇਸੀ ਪਰੰਪਰਾ। ਤੇ ਦੂਜਾ ਇਹ ਮੰਨਿਆ ਜਾਂਦਾ ਹੈ ਕਿ ਕਹਾਣੀ ਦੀ ਜਿਹੜੀ ਸ਼ੁਰੂਆਤ ਹੈ ਉਹ ਪੱਛਮੀ ਪ੍ਰਭਾਵ ਦੇ ਅਧੀਨ ਸ਼ੁਰੂ ਹੋਈ। ਪੱਛਮ ਦੇ ਵਿੱਚ ਜਿਹੜੀ ਸ਼ਾਰਟ ਸਟੋਰੀ ਲਿਖੀ ਜਾਂਦੀ ਹੈ ਉਸ ਦਾ ਪਰਿਆਇਵਾਚੀ ਸ਼ਬਦ ਦੇ ਰੂਪ ਦੇ ਵਿੱਚ ਇਸ ਨੂੰ ਲਿਆ ਜਾਂਦਾ ਹੈ ਤੇ ਉਸ ਦੇ ਅਧੀਨ ਹੀ ਸਾਡੇ ਪੰਜਾਬੀ ਦੇ ਵਿੱਚ ਵੀ ਇਸ ਸਾਹਿਤ ਰੂਪ ਨੂੰ ਲਿਖਿਆ ਜਾਣਾ ਸ਼ੁਰੂ ਹੋਇਆ। ਇਹ ਦੋਨੇ ਗੱਲਾਂ ਹੀ ਮੰਨੀਆਂ ਜਾਂਦੀਆਂ ਹਨ। ਤਾਂ ਜਿਹੜੀਆਂ ਉਹ ਬਾਤਾਂ ਸਨ ਉਹ ਵੀ ਇੱਕ ਤਰ੍ਹਾਂ ਨਾਲ ਕਹਾਣੀ ਦਾ ਹੀ ਰੂਪ ਸਨ ਤੇ ਲੋਕ ਕਥਾ ਵੀ ਕਹਾਣੀ ਦਾ ਹੀ ਰੂਪ ਮੰਨਿਆ ਜਾਂਦਾ ਹੈ। ਲੋਕ ਕਥਾ ਵੀ ਇੱਕ ਸਾਹਿਤ ਦਾ ਰੂਪ ਹੈ, ਉਸ ਨੂੰ ਵੀ ਕਹਾਣੀ ਦਾ ਰੂਪ ਹੀ ਮੰਨਿਆ ਜਾਂਦਾ ਹੈ। ਤੇ ਨਾਵਲ ਹੈ ਜਿਹੜਾ ਉਸ ਨੂੰ ਕਹਾਣੀ ਉੱਤੇ ਪਲਿਆ ਹੋਇਆ ਰੁੱਖ ਕਿਹਾ ਜਾਂਦਾ ਹੈ। ਉਸ ਨੂੰ ਰੁੱਖ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਸ ਦਾ ਆਕਾਰ ਹੈ ਜਿਹੜਾ ਉਹ ਵੱਡਾ ਹੋ ਜਾਂਦਾ ਹੈ, ਇਸ ਲਈ ਉਸ ਨੂੰ ਵੀ ਆਲੋਚਨਾ ਦੇ ਖੇਤਰ ਦੇ ਵਿੱਚ ਨਾਵਲ ਤੇ ਨਿੱਕੀ ਕਹਾਣੀ ਨੂੰ ਗਲਪ ਵਿਧਾ ਵਜੋਂ ਵਿਚਾਰਿਆ ਜਾਂਦਾ ਹੈ। ਗਲਪ ਭਾਵ ਜਿਸ ਦੀ ਰਚਨਾ ਕਲਪਨਾ ਦੇ ਆਧਾਰ 'ਤੇ ਹੁੰਦੀ ਹੈ, ਜਿਸ ਦੇ ਵਿੱਚ ਕਲਪਨਾ ਦਾ ਬਹੁਤਾ ਅੰਸ਼ ਹੁੰਦਾ ਹੈ, ਉਸ ਨੂੰ ਅਸੀਂ ਗਲਪ ਸਾਹਿਤ ਕਹਿੰਦੇ ਹਾਂ। ਤਾਂ ਨਾਵਲ ਤੇ ਜਿਹੜੀ ਨਿੱਕੀ ਕਹਾਣੀ ਹੈ ਉਸ ਨੂੰ ਅਸੀਂ ਗਲਪ ਸਾਹਿਤ ਦੇ ਅਧੀਨ ਰੱਖਦੇ ਹਾਂ। ਹੁਣ ਅਸੀਂ ਕੁਝ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਲੈਂਦੇ ਹਾਂ। ਪਹਿਲੀ ਉਹਦੇ ਵਿੱਚੋਂ H.G. ਵੈਲਜ਼ ਦੀ ਹੈ। ਉਹ ਕੀ ਕਹਿੰਦੇ ਹਨ? ਕਹਾਣੀ ਆਕਾਰ ਵਿੱਚ ਇੰਨੀ ਨਿੱਕੀ ਹੋਣੀ ਚਾਹੀਦੀ ਹੈ ਕਿ ਸਹਿਜੇ ਹੀ ਉਹ 20 ਮਿੰਟਾਂ ਵਿੱਚ ਪੜ੍ਹੀ ਜਾ ਸਕੇ। ਜਿਹੜੀ ਇਹ ਪਰਿਭਾਸ਼ਾ ਹੈ ਉਹ ਕਹਾਣੀ ਦਾ ਜਿਹੜਾ ਆਕਾਰ ਹੈ ਉਸ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੀ ਹੈ। ਕਹਾਣੀ ਦਾ ਆਕਾਰ ਹੈ ਜਿਹੜਾ ਉਹ ਇੰਨਾ ਸੰਖੇਪ ਹੋਣਾ ਚਾਹੀਦਾ ਹੈ ਕਿ ਉਹ 20 ਮਿੰਟਾਂ ਦੇ ਵਿੱਚ ਪੜ੍ਹੀ ਜਾ ਸਕੇ। H.G. ਵੈਲਜ਼ ਦੀ ਜਿਹੜੀ ਪਰਿਭਾਸ਼ਾ ਹੈ ਉਹਦੇ ਵਿੱਚੋਂ ਆਪਾਂ ਸਾਰ ਤੱਤ ਇਹ ਕੱਢਿਆ ਕਿ ਉਸਦਾ ਆਕਾਰ ਹੈ ਜਿਹੜਾ ਉਹ ਛੋਟਾ ਹੋਣਾ ਚਾਹੀਦਾ ਹੈ। ਇਹ ਪਹਿਲੀ ਪਰਿਭਾਸ਼ਾ ਦੀ ਗੱਲ।
ਦੂਜੀ ਪਰਿਭਾਸ਼ਾ ਹੈ ਐਲਰੀ ਸੈਜਵਿਕ ਦੀ। ਨਿੱਕੀ ਕਹਾਣੀ ਘੋੜ ਦੌੜ ਵਾਂਗ ਹੈ ਜਿਸ ਵਿੱਚ ਆਰੰਭ ਅਤੇ ਅੰਤ ਮਹੱਤਵਪੂਰਨ ਹਨ। ਭਾਵ ਜਿਹੜਾ ਨਿੱਕੀ ਕਹਾਣੀ ਦਾ ਆਰੰਭ ਕਰਨਾ ਹੈ, ਉਸ ਦੀ ਸ਼ੁਰੂਆਤ ਕਰਨੀ ਹੈ, ਉਹ ਵੀ ਵਧੀਆ ਹੋਵੇ ਤੇ ਉਸ ਦਾ ਅੰਤ ਵੀ ਵਧੀਆ ਤਰੀਕੇ ਦੇ ਨਾਲ ਹੋਵੇ। ਜਿਵੇਂ ਘੋੜ ਦੌੜ ਦੇ ਵਿੱਚ ਇਹ ਹੁੰਦਾ ਹੈ ਕਿ ਜੋ ਪਹਿਲਾਂ ਲੀਡ ਲੈ ਜਾਂਦਾ ਹੈ, ਜੋ ਅੱਗੇ ਚਲਾ ਜਾਂਦਾ ਹੈ, ਉਹੀ ਜਿੱਤਦਾ ਹੈ, ਤੇ ਜੋ ਉਸ ਦੀ ਸਮਾਪਤੀ ਵਧੀਆ ਤਰੀਕੇ ਦੇ ਨਾਲ ਕਰਦਾ ਹੈ ਉਹ ਵਿਜੇਤਾ ਬਣਦਾ ਹੈ। ਇਸੇ ਤਰੀਕੇ ਦੇ ਨਾਲ ਨਿੱਕੀ ਕਹਾਣੀ ਦਾ ਜਿਹੜਾ ਆਰੰਭ ਹੈ ਤੇ ਉਸ ਦਾ ਅੰਤ ਹੈ ਉਹ ਮਹੱਤਵਪੂਰਨ ਹੈ। ਭਾਵ ਉਸ ਦੀ ਸ਼ੁਰੂਆਤ ਵੀ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਤੇ ਉਸ ਦਾ ਅੰਤ ਵੀ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ। ਇਹ ਐਲਰੀ ਸੈਜਵਿਕ ਦੇ ਵਿਚਾਰ ਹਨ। ਅਸੀਂ ਹੋਰ ਪਰਿਭਾਸ਼ਾ ਲੈਂਦੇ ਹਾਂ ਸੰਤ ਸਿੰਘ ਸੇਖੋਂ ਦੀ। ਉਹ ਕਹਿੰਦੇ ਆ ਨਿੱਕੀ ਕਹਾਣੀ ਵਿੱਚ ਇੱਕ ਤਿੱਖੀ ਚੁੰਝ ਹੋਣੀ ਚਾਹੀਦੀ ਹੈ, ਇੱਕ ਸੰਗੀਨ ਦੀ ਚੁੰਝ ਵਰਗੀ, ਇੱਕ ਤੀਰ ਦੀ ਚੁੰਝ ਵਰਗੀ। ਜਿਵੇਂ ਤੀਰ ਤਿੱਖਾ ਹੁੰਦਾ ਹੈ, ਉਵੇਂ ਜਿਹੜੀ ਨਿੱਕੀ ਕਹਾਣੀ ਦਾ ਪ੍ਰਭਾਵ ਹੈ ਉਹ ਤਿੱਖਾ ਹੋਣਾ ਚਾਹੀਦਾ ਹੈ, ਜੋ ਸਿੱਧੀ ਸੁਣ ਪੜ੍ਹਨ ਵਾਲੇ ਦੇ ਦਿਲ ਵਿੱਚ ਖੁੱਭ ਜਾਵੇ। ਹੁਣ ਇੱਥੇ ਜਿਹੜੀ ਸੰਤ ਸਿੰਘ ਸੇਖੋਂ ਦੀ ਪਰਿਭਾਸ਼ਾ ਹੈ ਉਸ ਦਾ ਮਤਲਬ ਹੈ ਕਿ ਕਹਾਣੀ ਹੈ ਜਿਹੜੀ ਉਹ ਪ੍ਰਭਾਵਸ਼ਾਲੀ ਹੋਵੇ, ਪਾਠਕ ਦੇ ਮਨ ਦੇ ਉੱਤੇ ਪ੍ਰਭਾਵ ਪਾਉਣ ਵਾਲੀ ਹੋਵੇ, ਤਾਂ ਕਿ ਪਾਠਕ ਪਹਿਲੀ ਜਿਹੜੇ ਵਾਕ ਪੜ੍ਹਦੇ ਹੀ, ਪਹਿਲਾ ਪਹਿਰਾ ਪੜ੍ਹਦੇ ਹੀ ਉਸ ਦੇ ਪ੍ਰਭਾਵ ਨੂੰ ਕਬੂਲ ਲਵੇ। ਇਸ ਦਾ ਭਾਵ ਇਹ ਨਿਕਲ ਕੇ ਆਉਂਦਾ ਹੈ। ਤਾਂ ਹੁਣ ਜਿਹੜਾ ਸਾਡੇ ਕੋਲੇ ਇਹਨਾਂ ਤਿੰਨਾਂ ਪਰਿਭਾਸ਼ਾਵਾਂ ਦਾ ਸਾਰ ਤੱਤ ਨਿਕਲਦਾ ਹੈ ਉਹ ਇਹ ਹੈ ਕਿ ਜਿਹੜੀ ਨਿੱਕੀ ਕਹਾਣੀ ਹੈ ਉਸ ਦਾ ਆਕਾਰ ਛੋਟਾ ਹੋਣਾ ਚਾਹੀਦਾ ਹੈ, ਉਸ ਦਾ ਆਰੰਭ ਤੇ ਅੰਤ ਮਹੱਤਵਪੂਰਨ ਹੋਣੇ ਚਾਹੀਦੇ ਹਨ, ਵਧੀਆ ਤਰੀਕੇ ਦੇ ਨਾਲ ਕੀਤੇ ਹੋਏ ਹੋਣੇ ਚਾਹੀਦੇ ਹਨ, ਤੇ ਉਹ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ, ਤੇ ਉਹ ਰਚਨਾ ਇੰਨੀ ਆਕਾਰ ਦੇ ਵਿੱਚ ਛੋਟੀ ਹੋਣੀ ਚਾਹੀਦੀ ਹੈ ਕਿ ਉਸ ਨੂੰ 20 ਮਿੰਟਾਂ ਦੇ ਵਿੱਚ ਪੜ੍ਹਿਆ ਜਾ ਸਕੇ। ਕਿਉਂਕਿ ਅੱਜ ਕੱਲ੍ਹ ਜਿਹੜਾ ਸਮਾਂ ਹੈ ਉਹ ਕਿਸੇ ਕੋਲ ਵਾਧੂ ਨਹੀਂ ਹੈ ਤੇ ਉਹ ਥੋੜ੍ਹੇ ਸਮੇਂ ਦੇ ਵਿੱਚ ਪਾਠਕ ਹੈ ਜਿਹੜਾ ਕਹਾਣੀ ਤੋਂ ਆਨੰਦ ਉਠਾਉਣਾ ਚਾਹੁੰਦਾ ਹੈ, ਤੇ ਇਸ ਤੋਂ ਵੱਡੀ ਕਹਾਣੀ ਹੈ ਜਿਹੜੀ ਉਹ ਪਾਠਕ ਪੜ੍ਹਨਾ ਸਵੀਕਾਰ ਨਹੀਂ ਕਰਦੇ। ਉਸ ਦਾ ਆਕਾਰ ਹੈ ਜਿਹੜਾ ਉਹ ਛੋਟਾ ਹੋਣਾ ਚਾਹੀਦਾ। ਇਹ ਅਸੀਂ ਪਰਿਭਾਸ਼ਾਵਾਂ ਦੇਖੀਆਂ ਵਿਦਵਾਨਾਂ ਦੀਆਂ ਦੱਸੀਆਂ ਹੋਈਆਂ। ਹੁਣ ਅਸੀਂ ਗੱਲ ਕਰਦੇ ਹਾਂ ਕਹਾਣੀ ਦੇ ਤੱਤਾਂ ਦੀ। ਇਹ ਕਹਾਣੀ ਦੇ 6 ਤੱਤ ਹਨ। ਪਹਿਲਾ ਹੈ ਕਥਾ ਵਸਤੂ ਜਾਂ ਗੋਂਦ, ਦੂਜਾ ਚਰਿੱਤਰ ਚਿੱਤਰਣ, ਤੀਜਾ ਵਾਰਤਾਲਾਪ, ਚੌਥਾ ਵਾਤਾਵਰਣ ਤੇ ਪੰਜਵਾਂ ਭਾਸ਼ਾ ਸ਼ੈਲੀ, ਤੇ ਛੇਵਾਂ ਉਦੇਸ਼ ਜਾਂ ਮੰਤਵ, ਯਾਨੀ ਕਿ ਜਿਹੜਾ ਕਹਾਣੀਕਾਰ ਹੈ ਉਹ ਆਪਣਾ ਉਦੇਸ਼ ਕੀ ਲੈ ਕੇ ਚੱਲਦਾ, ਉਸ ਦਾ ਮੰਤਵ ਕੀ ਹੈ, ਉਸਨੇ ਸਿੱਖਿਆ ਕੀ ਦੇਣੀ ਹੈ, ਇਹ ਉਦੇਸ਼ ਜਾਂ ਮੰਤਵ ਦੇ ਵਿੱਚ ਆ ਜਾਂਦਾ ਹੈ। ਤੇ ਹੁਣ ਅਸੀਂ ਇਕੱਲੇ ਤੱਤ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਕਥਾ ਵਸਤੂ ਜਾਂ ਗੋਂਦ ਦੀ ਗੱਲ ਕਰਦੇ ਹਾਂ, ਜਿਸ ਨੂੰ ਪਲਾਟ ਵੀ ਕਹਿ ਲਿਆ ਜਾਂਦਾ ਹੈ। ਕਥਾ ਵਸਤੂ ਦੇ ਢਾਂਚੇ ਉੱਤੇ ਹੀ ਕਹਾਣੀ ਦਾ ਕਿਲਾ ਉਸਰਦਾ ਹੈ। ਜਿਹੜੀ ਕਥਾ ਵਸਤੂ ਹੈ ਉਸ ਤੇ ਹੀ ਕਹਾਣੀ ਦਾ ਉਸਾਰ ਕੀਤਾ ਜਾਂਦਾ ਹੈ। ਕਈ ਵਿਦਵਾਨਾਂ ਨੇ ਇਸ ਨੂੰ ਕਹਾਣੀ ਲਈ ਰੀੜ੍ਹ ਦੀ ਹੱਡੀ ਜਿੰਨਾ ਮਹੱਤਵ ਦਿੱਤਾ ਹੈ। ਇਹ ਗੱਲ ਆਪਾਂ ਇੱਥੋਂ ਨੋਟ ਕਰਨੀ ਹੈ। ਜਿਵੇਂ ਰੀੜ੍ਹ ਦੀ ਹੱਡੀ ਸਾਡੇ ਪੂਰੇ ਸਰੀਰ ਦਾ ਨਿਯੰਤਰਣ ਕਰਦੀ ਹੈ, ਸਾਡੇ ਸਰੀਰ ਦੇ ਉੱਤੇ ਕੰਟਰੋਲ ਰੱਖਦੀ ਹੈ, ਉਸੇ ਤਰੀਕੇ ਦੇ ਨਾਲ ਜਿਹੜੀ ਕਥਾ ਵਸਤੂ ਹੈ ਉਹ ਇਸ ਨੂੰ ਕੰਟਰੋਲ ਕਰਦੀ ਹੈ, ਕਹਾਣੀ ਨੂੰ। ਕਥਾ ਵਸਤੂ ਦਾ ਸੀਮਾ ਖੇਤਰ ਬਹੁਤ ਵਿਸ਼ਾਲ ਹੈ, ਯਾਨੀ ਕਿ ਸਾਡੇ ਪੂਰੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ, ਉਹਨਾਂ ਦੇ ਵਿੱਚੋਂ ਕਿਤੋਂ ਵੀ ਕਥਾ ਵਸਤੂ ਨੂੰ ਚੁਣਿਆ ਜਾ ਸਕਦਾ ਹੈ ਤੇ ਕਥਾ ਵਸਤੂ ਕਿਸੇ ਵੀ ਖੇਤਰ ਵਿੱਚੋਂ ਲੈ ਕੇ ਉਸ ਨੂੰ ਕਹਾਣੀ ਰਾਹੀਂ ਰੂਪਮਾਨ ਕੀਤਾ ਜਾ ਸਕਦਾ ਹੈ। ਕਹਾਣੀ ਦੀ ਗੋਂਦ ਵਿੱਚ ਸੰਘਰਸ਼ ਜਾਂ ਤਣਾਅ ਦਾ ਹੋਣਾ ਜ਼ਰੂਰੀ ਹੈ। ਉਸ ਦੇ ਵਿੱਚ ਸੰਘਰਸ਼ ਬਣਿਆ ਰਹਿਣਾ ਚਾਹੀਦਾ ਹੈ, ਤਣਾਅ ਬਣਿਆ ਰਹਿਣਾ ਚਾਹੀਦਾ ਹੈ, ਤਾਂ ਕਿ ਜਿਹੜਾ ਪੜ੍ਹਨ ਵਾਲਾ ਪਾਠਕ ਹੈ ਉਸ ਦੇ ਮਨ ਦੇ ਵਿੱਚ ਇਹ ਜਗਿਆਸਾ ਬਣੀ ਰਵੇ ਕਿ ਅੱਗੇ ਕੀ ਹੋਊਗਾ। ਇਹ ਇੱਕ ਤਣਾਅ ਬਣਿਆ ਰਹਿਣਾ ਚਾਹੀਦਾ ਹੈ, ਉਸ ਦੇ ਮਨ ਦੇ ਵਿੱਚ ਇਹ ਗੁੰਝਲ ਬਣੀ ਰਹਿਣੀ ਚਾਹੀਦੀ ਹੈ ਕਿ ਅੱਗੇ ਕੀ ਹੋਣਾ ਹੈ, ਤਾਂ ਕਿ ਉਹ ਕਹਾਣੀ ਨੂੰ ਹੋਰ ਅੱਗੇ ਦੀ ਅੱਗੇ ਪੜ੍ਹਦਾ ਜਾਵੇ। ਗੋਂਦ ਦਾ ਸੁਭਾਵਿਕ ਹੋਣਾ ਬੜਾ ਜ਼ਰੂਰੀ ਹੈ। ਜਿਹੜੀ ਇਹ ਕਥਾ ਵਸਤੂ ਚੁਣੀ ਗਈ ਹੋਵੇ ਇਹ ਬੜੀ ਸੁਭਾਵਿਕ ਹੋਵੇ, ਬਣਾਵਟੀਪਨ ਇਹਦੇ ਵਿੱਚ ਨਾ ਹੋਵੇ। ਜੋ ਸਹਿਜ ਘਟਣ ਵਾਲੀਆਂ ਘਟਨਾਵਾਂ ਹਨ ਉਹਨਾਂ ਨੂੰ ਹੀ ਪੇਸ਼ ਕੀਤਾ ਜਾਵੇ। ਚਾਹੇ ਇਸ ਦੇ ਵਿੱਚ ਕਲਪਨਾ ਦਾ ਅੰਸ਼ ਹੁੰਦਾ ਹੈ, ਚਾਹੇ ਇਹ ਗਲਪ ਸਾਹਿਤ ਹੈ, ਪਰ ਫਿਰ ਵੀ ਇਸ ਦੇ ਵਿੱਚ ਜਿਹੜੀ ਕਲਪਨਾ ਹੈ ਉਹ ਯਥਾਰਥ ਤੋਂ, ਸੱਚ ਤੋਂ ਬਹੁਤੀ ਜ਼ਿਆਦਾ ਦੂਰ ਨਹੀਂ ਹੋਣੀ ਚਾਹੀਦੀ। ਸਾਡੇ ਜੀਵਨ ਦੇ ਵਿੱਚ ਕੁਝ ਘਟਨਾਵਾਂ ਵਾਸਤਵਿਕ ਰੂਪ ਦੇ ਵਿੱਚ ਬੀਤੀਆਂ ਹੁੰਦੀਆਂ ਹਨ ਤੇ ਕੁਝ ਸਾਨੂੰ ਲੱਗਦਾ ਹੈ ਜੇ ਬੀਤੀਆਂ ਨਹੀਂ ਤਾਂ ਇਹੋ ਜਿਹੀਆਂ ਘਟਨਾਵਾਂ ਜੋ ਅਸੀਂ ਕਹਾਣੀਆਂ ਦੇ ਵਿੱਚ ਪੜ੍ਹਦੇ ਹਾਂ ਬੀਤ ਜ਼ਰੂਰ ਸਕਦੀਆਂ ਹਨ। ਇਹ ਸਾਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਅਜਿਹਾ ਤਾਂ ਸੰਭਵ ਹੀ ਨਹੀਂ ਹੈ। ਸੱਚ ਤੋਂ ਕਹਾਣੀਕਾਰ ਨੂੰ ਬਹੁਤਾ ਜ਼ਿਆਦਾ ਦੂਰ ਨਹੀਂ ਜਾਣਾ ਚਾਹੀਦਾ, ਉਸ ਦੇ ਵਿੱਚ ਬਹੁਤਾ ਜ਼ਿਆਦਾ ਬਣਾਵਟੀਪਨ ਨਹੀਂ ਹੋਣਾ ਚਾਹੀਦਾ। ਜੀਵਨ ਦੀ ਵਾਸਤਵਿਕਤਾ ਦੇ ਨੇੜੇ ਹੋਣੀ ਚਾਹੀਦੀ ਹੈ ਕਲਪਨਾ, ਤੇ ਇਸ ਨਾਲ ਗੋਂਦ ਵਿੱਚ ਰੋਚਕਤਾ ਦਾ ਅੰਸ਼ ਵੱਧਦਾ ਹੈ, ਰੋਚਕਤਾ ਆਉਂਦੀ ਹੈ ਕਹਾਣੀ ਦੇ ਨਾਲ, ਤੇ ਤਾਂ ਕਿ ਇਸ ਨੂੰ ਪਾਠਕ ਅੱਗੇ ਦੀ ਅੱਗੇ ਪੜ੍ਹਦਾ ਜਾਂਦਾ ਹੈ।
ਹੁਣ ਅਸੀਂ ਗੱਲ ਕਰਦੇ ਹਾਂ ਚਰਿੱਤਰ ਚਿੱਤਰਣ ਦੀ। ਚਰਿੱਤਰ ਚਿੱਤਰਣ ਜਿਹਨੂੰ ਪਾਤਰ ਚਿੱਤਰਣ ਵੀ ਕਹਿ ਲਿਆ ਜਾਂਦਾ ਹੈ, ਕਹਾਣੀ ਦੇ ਵਿੱਚ ਜਿਹੜਾ ਪਾਤਰ ਚੁਣੇ ਹੋਏ ਹੁੰਦੇ ਹਨ ਉਹਨਾਂ ਦਾ ਚਰਿੱਤਰ ਚਿੱਤਰਣ ਵੀ ਕਰਦਾ ਜਾਂਦਾ ਹੈ ਕਹਾਣੀਕਾਰ। ਨਾਵਲ ਦੇ ਮੁਕਾਬਲੇ, ਨਾਟਕ ਦੇ ਮੁਕਾਬਲੇ ਜਿਹੜੇ ਕਹਾਣੀ ਦੇ ਪਾਤਰ ਹੁੰਦੇ ਹਨ ਉਹ ਗਿਣਤੀ ਬੜੀ ਘੱਟ ਹੁੰਦੀ ਹੈ। ਇਸ ਦੇ ਵਿੱਚ ਬਹੁਤ ਜ਼ਿਆਦਾ ਪਾਤਰ ਪੇਸ਼ ਕਰਨ ਦੀ ਸੰਭਾਵਨਾ ਨਹੀਂ ਹੁੰਦੀ। ਬਹੁਤੇ ਪਾਤਰ ਕਹਾਣੀ ਦੇ ਵਿੱਚ ਨਹੀਂ ਲਏ ਜਾ ਸਕਦੇ, ਪਾਤਰਾਂ ਦੀ ਗਿਣਤੀ ਥੋੜ੍ਹੀ ਰੱਖਣੀ ਹੁੰਦੀ ਹੈ ਅਤੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਮੁੱਖ ਪਾਤਰ ਹੁੰਦੇ ਹਨ ਉਹਨਾਂ ਦਾ ਹੀ ਪਾਤਰ ਚਿੱਤਰਣ ਸੰਭਵ ਹੁੰਦਾ ਹੈ। ਹਰੇਕ ਪਾਤਰ ਦੇ ਬਾਰੇ ਪੂਰੀ ਜਾਣਕਾਰੀ ਦੇਣੀ ਕਹਾਣੀਕਾਰ ਲਈ ਸੰਭਵ ਨਹੀਂ ਹੁੰਦੀ, ਕਿਉਂਕਿ ਅਸੀਂ ਪੜ੍ਹ ਆਏ ਹਾਂ ਨਾ, ਕਹਾਣੀ ਦਾ ਆਕਾਰ ਹੈ ਜਿਹੜਾ ਉਹ ਛੋਟਾ ਹੋਣਾ ਚਾਹੀਦਾ ਹੈ। ਉਸਦਾ ਜੇ ਹਰੇਕ ਪਾਤਰ ਦਾ ਉਹ ਪਾਤਰ ਚਿੱਤਰਣ ਕਰਦਾ ਜਾਊਗਾ ਤਾਂ ਕਹਾਣੀ ਦਾ ਆਕਾਰ ਬਹੁਤਾ ਵੱਡਾ ਹੋ ਜਾਊਗਾ। ਕਹਾਣੀ ਦੇ ਵਿੱਚ ਜਿਹੜੇ ਮੁੱਖ ਪਾਤਰ ਹੁੰਦੇ ਹਨ ਉਹਨਾਂ ਦਾ ਹੀ ਪਾਤਰ ਚਿੱਤਰਣ ਉਗੜ ਕੇ ਆਉਂਦਾ ਹੈ। ਇਹ ਹੁਣ 4 ਵਿਧੀਆਂ ਹਨ। ਪਾਤਰ ਚਿੱਤਰਣ ਨੂੰ 4 ਤਰੀਕਿਆਂ ਦੇ ਨਾਲ ਕੀਤਾ ਜਾ ਸਕਦਾ ਹੈ। ਉਹ ਕਿਹੜੇ ਤਰੀਕੇ ਹਨ? ਪਹਿਲੀ ਹੈ ਵਰਣਨ ਰਾਹੀਂ। ਤੁਸੀਂ ਆਪਣੇ ਪਾਠਕ੍ਰਮ ਦੀ ਕਹਾਣੀ ਪੜ੍ਹੀ ਹੈ ਭੂਆ, ਅਤੇ ਉਸ ਦੇ ਵਿੱਚ ਭੂਆ ਆਪਣੇ ਪੇਕਿਆਂ ਦੇ ਬਾਰੇ ਦੱਸਦੀ ਹੈ, ਆਪਣੇ ਭਰਾਵਾਂ ਦੇ ਬਾਰੇ ਕਿ ਕਿਵੇਂ ਉਹਨਾਂ ਦੇ ਨਾਲ ਕੀ ਬੀਤੀ। ਉਹ ਉੱਥੇ ਵਰਣਨ ਦੇ ਰਾਹੀਂ ਪਾਤਰ ਚਿੱਤਰਣ ਹੋ ਰਿਹਾ ਹੈ। ਉਹ ਵਰਣਨ ਕਰ ਰਹੀ ਹੈ ਆਪਣੇ ਪੇਕਿਆਂ ਦਾ। ਇਹ ਪਾਤਰ ਚਿੱਤਰਣ ਦਾ ਪਹਿਲਾ ਤਰੀਕਾ ਹੈ ਜਿਹੜਾ ਸਿੱਧਾ ਬੋਲ ਕੇ ਦੱਸਿਆ ਜਾਂਦਾ ਹੈ। ਜਿਹੜੀ ਭੂਆ ਹੈ ਆਪਣੇ ਪੇਕਿਆਂ ਦੇ ਬਾਰੇ ਉਹ ਵਰਣਨ ਕਰ ਰਹੀ ਹੈ, ਇਹ ਪਹਿਲਾ ਤਰੀਕਾ। ਦੂਜਾ ਹੈ ਸੰਕੇਤ ਦੇ ਰਾਹੀਂ ਜਿਹੜਾ ਪਾਤਰ ਚਿੱਤਰਣ ਕੀਤਾ ਜਾਂਦਾ ਹੈ। ਜਿਵੇਂ ਜਿਹੜੀ ਹਵਾ ਕਹਾਣੀ ਹੈ ਉਹਦੇ ਵਿੱਚ ਬਹੁਤ ਸਾਰੇ ਸੰਕੇਤ ਆਉਂਦੇ ਹੈ। ਜਿਵੇਂ ਉਸਦਾ ਜਿਹੜਾ ਮੁੱਖ ਪਾਤਰ ਹੈ ਮਦਨ, ਉਹ ਗੱਡੀ ਲੈ ਕੇ ਜਾ ਰਿਹਾ ਹੈ ਅਤੇ ਉਸ ਦੀ ਗੱਡੀ ਦੇ ਥੱਲੇ ਜਦੋਂ ਮਰੇ ਹੋਏ ਮਨੁੱਖਾਂ ਦੇ ਸਿਰ ਆਉਂਦੇ ਹਨ ਤਾਂ ਉਸ ਨੂੰ ਉਦੋਂ ਪਤਾ ਲੱਗ ਜਾਂਦਾ। ਉਹ ਸੰਕੇਤ ਕਰ ਰਿਹਾ ਕਿ ਕਿੰਨੀ ਕੱਟ ਵੱਢ ਹੋਈ ਉੱਥੇ। ਅਤੇ ਅਖੀਰ ਦੇ ਵਿੱਚ ਮਦਨ ਜਦੋਂ ਆਪਣੇ ਘਰ ਪਰਤਦਾ ਹੈ ਤਾਂ ਉਸ ਦੇ ਜਿਹੜੇ ਉੱਥੇ ਲੋਕ ਬੈਠੇ ਹੁੰਦੇ ਹਨ ਉਹ ਕਹਿੰਦੇ ਹੈ ਕਿ ਆਪਾਂ ਤੇਰੇ ਮੁੰਡੇ ਦਾ ਸੰਸਕਾਰ ਕਰ ਆਈਏ, ਅਸੀਂ ਤਾਂ ਤੇਰੀ ਉਡੀਕ ਕਰ ਰਹੇ ਸੀ। ਤਾਂ ਉਹ ਉੱਥੇ ਕਹਿੰਦਾ ਹੈ ਕਿ ਇਹ ਕੰਮ ਵੀ ਕਰ ਲਵਾਂਗੇ, ਥੋੜ੍ਹਾ ਜਿਹਾ ਸੁਸਤਾ ਲਈਏ, ਮੈਨੂੰ ਬੜੀ ਭੁੱਖ ਲੱਗੀ ਹੈ। ਤਾਂ ਉੱਥੇ ਜਿਹੜੇ ਉਸਦੀ ਮਾਨਸਿਕ ਹਾਲਾਤ ਹੈ ਉਸ ਦੇ ਬਾਰੇ ਕਹਾਣੀਕਾਰ ਨੇ ਸੰਕੇਤ ਕੀਤਾ ਹੈ। ਸਿਰਫ ਗੁਰਦੇਵ ਰੁਪਾਣਾ ਨੇ ਉਸ ਦੇ ਬਾਰੇ ਬੋਲ ਕੇ ਨਹੀਂ ਦੱਸਿਆ ਕਿ ਉਸਦੀ ਹਾਲਤ ਕੀ ਹੋ ਗਈ ਹੈ, ਉਸ ਦੇ ਉੱਤੇ ਕਿਹੜੀ ਹਵਾ ਵਗੀ ਹੈ, ਉਸ ਦੇ ਬਾਰੇ ਸਿਰਫ ਸੰਕੇਤ ਕਰਤਾ। ਇਹ ਦੂਜਾ ਤਰੀਕਾ ਹੈ ਸੰਕੇਤ ਦੇ ਰਾਹੀਂ ਪਾਤਰ ਚਿੱਤਰਣ ਕਰਨ ਦਾ। ਮਦਨ ਦੀ ਜਿਹੜੀ ਉੱਥੇ ਮਾਨਸਿਕ ਅਵਸਥਾ ਹੈ ਉਸ ਦੇ ਬਾਰੇ ਚਰਿੱਤਰ ਚਿੱਤਰਣ ਦਾ ਜਿਹੜਾ ਤਰੀਕਾ ਵਰਤਿਆ ਹੈ ਉਹ ਸੰਕੇਤ ਹੈ, ਇਸ਼ਾਰਾ ਕੀਤਾ ਹੈ ਕਿ ਮਦਨ ਦੀ ਹਾਲਤ ਕੀ ਹੋ ਗਈ ਹੈ। ਤੀਜਾ ਤਰੀਕਾ ਹੈ ਵਾਰਤਾਲਾਪ ਰਾਹੀਂ ਚਰਿੱਤਰ ਚਿੱਤਰਣ ਕਰਨ ਦਾ। ਬਾਰੂ ਤੇ ਕੁੰਦਨ ਆਪਸ ਵਿੱਚ ਗਾਲੀ ਗਲੋਚ ਕਰਦੇ ਹੈ, ਉਹਨਾਂ ਦਾ ਉੱਥੇ ਸਿੱਧਾ ਵਾਰਤਾਲਾਪ ਦਿਖਾਇਆ। ਆਪਾਂ ਬਾਰੂ ਦੇ ਪਾਤਰ ਚਿੱਤਰਣ ਦੇ ਵਿੱਚ ਪੜ੍ਹਦੇ ਹਾਂ ਨਾ ਕਿ ਬਾਰੂ ਦੀ ਜਿਹੜੀ ਭਾਸ਼ਾ ਹੈ ਉਹ ਬੜੀ ਗਾਲੀ ਗਲੋਚ ਵਾਲੀ ਹੈ, ਤਾਂ ਉਹ ਉੱਥੇ ਵਾਰਤਾਲਾਪ ਦੇ ਰਾਹੀਂ ਆਪਾਂ ਨੂੰ ਪਤਾ ਲੱਗਿਆ। ਵਾਰਤਾਲਾਪ ਦੇ ਰਾਹੀਂ ਜਿਹੜੀ ਮਨੋਸਥਿਤੀ ਹੁੰਦੀ ਹੈ ਪਾਤਰ ਦੀ ਉਹ ਸਾਹਮਣੇ ਉਗੜ ਕੇ ਆ ਜਾਂਦੀ ਹੈ। ਇਹ ਤੀਜਾ ਤਰੀਕਾ ਹੈ ਵਾਰਤਾਲਾਪ ਦੇ ਰਾਹੀਂ ਚਰਿੱਤਰ ਚਿੱਤਰਣ ਕਰਨ ਦਾ। ਅਤੇ ਚੌਥਾ ਤਰੀਕਾ ਹੈ ਘਟਨਾਵਾਂ ਦੇ ਕਾਰਜ ਦੁਆਰਾ। ਨਾ ਤਾਂ ਉੱਥੇ ਵਰਣਨ ਕੀਤਾ ਜਾਂਦਾ ਹੈ, ਨਾ ਸੰਕੇਤ ਕੀਤਾ ਜਾਂਦਾ ਹੈ ਅਤੇ ਨਾ ਹੀ ਵਾਰਤਾਲਾਪ ਕਰਵਾਇਆ ਜਾਂਦਾ ਹੈ। ਅਤੇ ਇਹ ਤਰੀਕਾ ਅਸੀਂ ਪੜ੍ਹਦੇ ਹਾਂ, ਜਿਹੜੀ ਕਹਾਣੀ ਅਸੀਂ ਪੜ੍ਹੀ ਸੀ ਗੁਰਮੀਤ ਕੜਿਆਲਵੀ ਜੀ ਦੀ ਆਤੂ ਖੋਜੀ। ਅਤੇ ਉਸ ਦੇ ਵਿੱਚ ਜਿਹੜਾ ਪਾਤਰ ਹੈ ਆਤੂ ਖੋਜੀ, ਉਸ ਨੂੰ ਲੇਖਕ ਨੇ, ਕਹਾਣੀਕਾਰ ਨੇ ਸਿੱਧੇ ਰੂਪ ਤੋਂ ਇਮਾਨਦਾਰ ਨਹੀਂ ਕਿਹਾ। ਉਸ ਦਾ ਵਰਣਨ ਨਹੀਂ ਕੀਤਾ ਕਿ ਆਤੂ ਖੋਜੀ ਬੜਾ ਇਮਾਨਦਾਰ ਸੀ। ਜੇ ਉਹਨੂੰ ਸਿੱਧਾ ਇਸ ਪ੍ਰਕਾਰ ਦੇ ਨਾਲ ਕਿਹਾ ਜਾਂਦਾ ਤਾਂ ਉਹ ਵਰਣਨ ਹੋ ਜਾਂਦਾ। ਕਹਾਣੀਕਾਰ ਨੇ ਇੱਕ ਘਟਨਾ ਦਿਖਾਈ, ਕਾਰਜ ਦਿਖਾਇਆ ਉੱਥੇ। ਉਹ ਘਟਨਾ ਕੀ ਸੀਗੀ ਕਿ ਉਸ ਦਾ ਜਵਾਈ ਹੈ ਜਿਹੜਾ ਉਹ ਚੋਰ ਹੈ ਅਤੇ ਉਸ ਨੂੰ ਉਹ ਬਖਸ਼ ਵੀ ਸਕਦਾ ਸੀ, ਉਸ ਨੂੰ ਮਾਫ਼ ਕਰ ਸਕਦਾ ਸੀ। ਜਿਹੜਾ ਆਤੂ ਹੈ ਉਹ ਉਸ ਨੂੰ ਮਾਫ਼ ਨਹੀਂ ਕਰਦਾ। ਘਟਨਾ ਦੇ ਰਾਹੀਂ ਉਹ ਸਾਰਾ ਕਾਰਜ ਦਿਖਾਇਆ ਗਿਆ ਅਤੇ ਇਹ ਜਿਹੜਾ ਸੀਗਾ ਤਰੀਕਾ ਘਟਨਾਵਾਂ ਦੇ ਕਾਰਜ ਦੁਆਰਾ ਕਾਰਜ ਕਰਕੇ ਦਿਖਾਇਆ ਗਿਆ। ਆਤੂ ਨੂੰ ਉੱਥੇ ਇਮਾਨਦਾਰ ਸਿੱਧ ਕੀਤਾ ਗਿਆ। ਇਹ ਚੌਥਾ ਤਰੀਕਾ ਸੀ ਅਤੇ ਇਹ ਜਿਹੜਾ ਚੌਥਾ ਤਰੀਕਾ ਹੈ ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਪਾਤਰ ਚਿੱਤਰਣ ਦਾ, ਕਿ ਕਿਸੇ ਦੇ ਬਾਰੇ ਸਿੱਧਾ ਬਿਆਨ ਨਾ ਕਰਕੇ ਉਸ ਨੂੰ ਕਰਦੇ ਹੋਏ ਦਿਖਾਇਆ ਗਿਆ। ਇੱਕ ਤਾਂ ਕਿਸੇ ਦੇ ਬਾਰੇ ਬੋਲ ਕੇ ਕਹਿਣਾ ਕਿ ਇਹ ਇਮਾਨਦਾਰ ਹੈ, ਪਰ ਜਦੋਂ ਉਹ ਇਹੋ ਜਿਹੀ ਘਟਨਾ ਵਾਪਰ ਜੇ, ਇਹੋ ਜਿਹਾ ਕਾਰਜ ਕਰ ਦੇਵੇ ਕਿ ਵਾਕਈ ਇਮਾਨਦਾਰ ਸਿੱਧ ਹੋ ਜਾਵੇ, ਤਾਂ ਉਹ ਸਾਰਿਆਂ ਤੋਂ ਵਧੀਆ ਤਰੀਕਾ ਹੁੰਦਾ ਹੈ। ਅਤੇ ਇਹ ਚੌਥੇ ਤਰੀਕੇ ਦੀ ਵਰਤੋਂ ਆਤੂ ਖੋਜੀ ਕਹਾਣੀ ਦੇ ਵਿੱਚ ਹੋਈ ਹੈ। ਇਹ ਹੈ ਪਾਤਰ ਚਿੱਤਰਣ ਦੇ 4 ਤਰੀਕੇ, 4 ਵਿਧੀਆਂ ਪ੍ਰਯੋਗ ਕੀਤੀਆਂ ਜਾਂਦੀਆਂ ਹਨ ਪਾਤਰ ਚਿੱਤਰਣ ਦੇ ਲਈ, ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਾਰਤਾਲਾਪ ਦੀ।
ਵਾਰਤਾਲਾਪ ਵੈਸੇ ਤਾਂ ਨਾਟਕ ਦੇ ਵਿੱਚ ਜ਼ਰੂਰੀ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਕਹਾਣੀ ਦੇ ਵਿੱਚ ਵਾਰਤਾਲਾਪ ਜਾਂ ਸੰਵਾਦ ਆਪਸ ਵਿੱਚ ਸਿੱਧਾ ਕਰਵਾਇਆ ਜਾਵੇ। ਦੋ ਪਾਤਰ ਜਦੋਂ ਆਪਸ ਵਿੱਚ ਸਿੱਧੀ ਗੱਲਬਾਤ ਕਰਦੇ ਹਨ ਤਾਂ ਉਹਨਾਂ ਨੂੰ ਅਸੀਂ ਵਾਰਤਾਲਾਪ ਜਾਂ ਸੰਵਾਦ ਕਹਿੰਦੇ ਹਾਂ, ਡਾਇਲੋਗ ਕਹਿੰਦੇ ਹਾਂ। ਆਪਸ ਵਿੱਚ ਜਦੋਂ ਗੱਲ ਕਰਦੇ ਹੋਏ ਦਿਖਾਏ ਜਾਂਦੇ ਹਨ। ਇਹ ਵੈਸੇ ਤਾਂ ਨਾਟਕ ਦੇ ਵਿੱਚ ਜ਼ਰੂਰੀ ਹੁੰਦੇ ਹਨ, ਕੇਂਦਰੀ ਮਹੱਤਤਾ ਇੱਥੇ ਨਹੀਂ ਰੱਖਦੇ। ਵਾਰਤਾਲਾਪ ਤੋਂ ਬਿਨਾਂ ਵੀ ਕਹਾਣੀ ਜਿਹੜੀ ਹੈ ਉਹ ਲਿਖੀ ਜਾ ਸਕਦੀ ਹੈ, ਪਰ ਪਾਤਰਾਂ ਦੀ ਜਿਹੜੀ ਅਸਲੀ ਮਨੋਸਥਿਤੀ ਹੈ, ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ, ਉਹਨਾਂ ਨੂੰ ਸਿੱਧੇ ਰੂਪ ਤੇ ਦਿਖਾਉਣ ਦੇ ਲਈ ਕਹਾਣੀਕਾਰ ਹੈ ਜਿਹੜਾ ਉਹ ਮੌਕੇ ਦੇ ਅਨੁਸਾਰ, ਪ੍ਰਸੰਗ ਦੇ ਅਨੁਸਾਰ ਵਾਰਤਾਲਾਪ ਦੀ ਵਰਤੋਂ ਕਰ ਲੈਂਦਾ ਹੈ। ਬਹੁਤੀਆਂ ਕਹਾਣੀਆਂ ਦੇ ਵਿੱਚ ਅਸੀਂ ਪਾਤਰਾਂ ਨੂੰ ਆਪਸ ਵਿੱਚ ਗੱਲਬਾਤ ਕਰਦੇ ਹੋਏ ਦੇਖਦੇ ਹਾਂ ਤਾਂ ਉਹ ਵਾਰਤਾਲਾਪ ਜਿਹੜੀ ਹੈ ਵਿਧੀ ਵਰਤੀ ਗਈ ਹੈ ਉੱਥੇ। ਵਾਰਤਾਲਾਪ ਕਹਾਣੀ ਦੀ ਸੁਭਾਵਿਕਤਾ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਕਹਾਣੀ ਦੇ ਵਿੱਚ ਸੁਭਾਵਿਕਤਾ ਬਣੀ ਰਵੇ, ਉਹਦੇ ਵਿੱਚ ਕੋਈ ਬਣਾਵਟੀਪਣ ਨਾ ਆਵੇ। ਇਹ ਨਾ ਹੋਵੇ ਕਿ ਕਹਾਣੀਕਾਰ ਸਾਰੀਆਂ ਗੱਲਾਂ ਆਪਣੇ, ਇਹ ਨਾ ਹੋਵੇ ਕਿ ਸਾਰੀਆਂ ਗੱਲਾਂ ਐਵੇਂ ਲੱਗਣ ਕਿ ਜਿਹੜਾ ਕਹਾਣੀਕਾਰ ਹੈ ਆਪਣੇ ਵੱਲੋਂ ਹੀ ਕਹਿ ਰਿਹਾ ਹੈ। ਜਦੋਂ ਉਹ ਪਾਤਰਾਂ ਦੇ ਮੂੰਹੋਂ ਅਖਵਾਉਂਦਾ ਹੈ ਤਾਂ ਉੱਥੇ ਵਾਸਤਵਿਕਤਾ ਆ ਜਾਂਦੀ ਹੈ, ਸੁਭਾਵਿਕਤਾ ਆ ਜਾਂਦੀ ਹੈ। ਇਸ ਦੇ ਵਰਣਨ ਵਿੱਚ ਰੌਚਕਤਾ, ਸੁਭਾਵਿਕਤਾ ਤੇ ਰਵਾਨੀ ਹੋਣੀ ਚਾਹੀਦੀ ਹੈ। ਵਾਰਤਾਲਾਪ ਵਿਅੰਗਾਤਮਕ, ਚੁਸਤ ਤੇ ਤਰਕ ਪ੍ਰਧਾਨ ਹੋਣੇ ਚਾਹੀਦੇ ਹਨ। ਉਹਨਾਂ 'ਚ ਵਿਅੰਗ ਹੋ ਸਕਦਾ ਹੈ, ਚੁਸਤ ਹੋਣੇ ਚਾਹੀਦੇ ਆ, ਭਾਵ ਛੋਟੇ ਹੋਣੇ ਚਾਹੀਦੇ ਹਨ, ਤੇ ਉਹਨਾਂ ਦੀ ਭਾਸ਼ਾ ਸ਼ਬਦਾਵਲੀ ਹੈ ਜਿਹੜੀ ਸੌਖੀ ਹੋਣੀ ਚਾਹੀਦੀ ਹੈ, ਤੇ ਤਰਕ ਵਾਲੇ ਹੋਣੇ ਚਾਹੀਦੇ ਹਨ। ਉਹਨਾਂ ਦੇ ਨਾਲ ਕੋਈ ਤਰਕ ਜੁੜਨਾ ਚਾਹੀਦਾ ਹੈ। ਸਫਲ ਵਾਰਤਾਲਾਪ ਲਈ ਜ਼ਰੂਰੀ ਹੈ ਕਿ ਦੇਸ਼ ਕਾਲ ਜਾਂ ਵਾਤਾਵਰਣ ਦੇ ਅਨੁਰੂਪ ਹੋਵੇ। ਦੇਸ਼ ਕਾਲ ਜਾਂ ਵਾਤਾਵਰਣ ਦੇ ਅਨੁਰੂਪ ਹੋਣ ਤੋਂ ਭਾਵ ਹੈ ਕਿ ਜਿਹੋ ਜਿਹਾ ਪ੍ਰਸੰਗ ਹੈ, ਜਿਹੋ ਜਿਹਾ ਸਮਾਂ ਹੈ, ਉਹੋ ਜਿਹੇ ਹੀ ਜਿਹੜੇ ਵਾਰਤਾਲਾਪ ਹੈ ਉਹ ਹੋਣੇ ਚਾਹੀਦੇ ਹੈ। ਜਿਵੇਂ ਉੱਥੇ ਮਾਹੌਲ ਤਾਂ ਹੋਵੇ ਦੁੱਖ ਦਾ, ਕੋਈ ਦੁੱਖ ਦਾ ਮਾਹੌਲ ਹੋਵੇ ਤੇ ਇੱਕ ਪਾਤਰ ਹੈ ਜਿਹੜਾ ਇਹੋ ਜਿਹਾ ਵਾਰਤਾਲਾਪ ਉੱਥੇ ਬੋਲੇ ਕਿ ਆਹਾ ਹਾ ਬੜਾ ਨਜ਼ਾਰਾ ਆ ਗਿਆ, ਤਾਂ ਦੁੱਖ ਦੇ ਮਾਹੌਲ 'ਚ ਤਾਂ ਇਹੋ ਜਿਹਾ ਜਿਹੜਾ ਵਾਰਤਾਲਾਪ ਹੈ ਨਹੀਂ ਕੀਤਾ ਜਾ ਸਕਦਾ। ਇਹ ਦੇਸ਼ ਕਾਲ ਤੋਂ ਉਲਟ ਹੋ ਗਿਆ। ਜੇ ਦੁੱਖ ਦਾ ਮਾਹੌਲ ਹੈ ਤਾਂ ਉੱਥੇ ਜਿਹੜਾ ਵਾਰਤਾਲਾਪ ਹੈ ਉਹ ਦੁੱਖ ਵਾਲਾ ਹੀ ਹੋਣਾ ਚਾਹੀਦਾ ਹੈ, ਤੇ ਖੁਸ਼ੀ ਦੇ ਮਾਹੌਲ ਦੇ ਵਿੱਚ ਜਿਹੜੇ ਵਾਰਤਾਲਾਪ ਹਨ ਉਹ ਖੁਸ਼ੀ ਵਾਲੇ ਹੋਣੇ ਚਾਹੀਦੇ ਹਨ। ਵਾਰਤਾਲਾਪ ਲੰਮਾ ਤੇ ਅਰੋਚਕ ਨਾ ਹੋਵੇ, ਉਸ ਦੇ ਵਿੱਚ ਅਰੋਚਕਤਾ ਨਹੀਂ ਹੋਣੀ ਚਾਹੀਦੀ, ਤੇ ਵਾਰਤਾਲਾਪ ਹੈ ਜਿਹੜੇ ਉਹ ਲੰਮੇ ਨਹੀਂ ਹੋਣੇ ਚਾਹੀਦੇ, ਉਹਨਾਂ ਦੇ ਵਿੱਚ ਰੋਚਕਤਾ ਬਣੀ ਰਹਿਣੀ ਚਾਹੀਦੀ ਹੈ। ਸਰਲ ਵਾਰਤਾਲਾਪ ਕਹਾਣੀ ਨੂੰ ਉੱਤਮਤਾ ਪ੍ਰਦਾਨ ਕਰਦਾ ਹੈ। ਲੰਮੇ ਵਾਕ ਜਾਂ ਉਲਝੇ ਹੋਏ ਵਾਕ ਪਾਠਕ ਨੂੰ ਅਕਾ ਦਿੰਦੇ ਹਨ ਤੇ ਉਹਨਾਂ ਨੂੰ ਪੜ੍ਹਨ ਦੇ ਵਿੱਚ ਫਿਰ ਸਵਾਦ ਨਹੀਂ ਆਉਂਦਾ। ਚੌਥਾ ਤੱਤ ਹੈ ਵਾਤਾਵਰਣ। ਜਿਸ ਸਮੇਂ ਦੇ ਵਿੱਚੋਂ ਜਿਸ ਘਟਨਾ ਨੂੰ ਲਿਆ ਗਿਆ ਹੈ ਉਹ ਉਸੇ ਦੇ ਅਨੁਰੂਪ ਹੀ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਤੱਤ ਰਾਹੀਂ ਕਹਾਣੀ ਦਾ ਸੰਬੰਧ ਵਾਸਤਵਿਕ ਜੀਵਨ ਨਾਲ ਜੁੜਦਾ ਹੈ। ਵਾਸਤਵਿਕ ਜੀਵਨ ਨਾਲ ਜੁੜਨ ਤੋਂ ਭਾਵ ਹੈ ਕਿ ਜਿਹੜੇ ਸਮੇਂ ਦੇ ਵਿੱਚੋਂ ਉਸ ਕਥਾ ਵਸਤੂ ਨੂੰ ਲਿਆ ਗਿਆ ਹੈ ਉਹ ਉਸੇ ਹੀ ਸਮੇਂ ਦੇ ਅਨੁਰੂਪ ਪੇਸ਼ ਕੀਤੀ ਜਾਵੇ, ਭਾਵ ਉਸ ਦੇ ਵਿੱਚ ਕੁਝ ਅਜਿਹਾ ਨਹੀਂ ਹੋਣਾ ਚਾਹੀਦਾ ਜੋ ਉਸ ਸਮੇਂ ਦੇ ਦੇਸ਼ ਕਾਲ ਦੇ ਨਾਲ, ਉਸ ਸਮੇਂ ਦੇ ਦੇਸ਼ ਕਾਲ ਦੇ ਨਾਲ, ਉਸ ਸਮੇਂ ਦੇ ਵਾਤਾਵਰਣ ਦੇ ਨਾਲ ਸੰਬੰਧਿਤ ਨਾ ਹੋਵੇ। ਉਹ ਸੰਬੰਧਿਤ ਹੋਣਾ ਚਾਹੀਦਾ ਹੈ, ਉਸ ਤੋਂ ਉਲਟ ਵੀ ਨਹੀਂ ਹੋਣਾ ਚਾਹੀਦਾ। ਜਿਹੜਾ ਕਿ ਆਪਾਂ ਉਦਾਹਰਨ ਲੈ ਸਕਦੇ ਹਾਂ ਕਿ ਕੋਈ ਵਰਤਮਾਨ ਕਾਲ ਦੀ ਘਟਨਾ ਲਈ ਗਈ ਹੈ ਤੇ ਉਸ ਦੇ ਵਿੱਚ ਜਿਹੜੇ ਪੁਰਾਤਨ ਸਮੇਂ ਦੇ ਵਿਚਾਰ ਆ ਉਹ ਪੇਸ਼ ਕੀਤੇ ਜਾਣ, ਉਹੋ ਜਿਹੇ ਰੀਤੀ ਰਿਵਾਜ ਦਿਖਾਏ ਜਾਣ, ਉਹੋ ਜਿਹੇ ਜਿਹੜੇ ਸਾਧਨ ਹੈ ਉਹ ਦਿਖਾਏ ਜਾਣ ਪੁਰਾਤਨ ਸਮੇਂ ਦੇ, ਜਦੋਂ ਕਿ ਘਟਨਾ ਹੈ ਜਿਹੜੀ ਉਹ ਆਧੁਨਿਕ ਕਾਲ ਦੀ ਹੋਵੇ, ਤਾਂ ਫਿਰ ਉਹ ਦੇਸ਼ ਕਾਲ ਤੋਂ ਉਲਟ ਹੋ ਜਾਂਦਾ ਹੈ। ਦੇਸ਼ ਕਾਲ ਅਤੇ ਪਰਿਸਥਿਤੀਆਂ ਨੂੰ ਠੀਕ ਢੰਗ ਨਾਲ ਚਿਤਰਿਤ ਨਾ ਕੀਤਾ ਜਾਵੇ ਤਾਂ ਕਹਾਣੀ ਦਾ ਰੂਪ ਅਵਾਸਤਵਿਕ ਹੋ ਜਾਂਦਾ ਹੈ। ਇਹੀ ਗੱਲ ਆਪਾਂ ਹੁਣ ਕੀਤੀ ਹੈ ਕਿ ਇਸ ਤੋਂ ਜੇ ਉਲਟ ਕੀਤਾ ਜਾਊਗਾ ਤਾਂ ਕਹਾਣੀ ਹੈ ਜਿਹੜੀ ਉਹ ਅਵਾਸਤਵਿਕ ਹੋ ਜਾਊਗੀ ਤੇ ਉਸ ਦਾ ਜੀਵਨ ਦੇ ਨਾਲ ਉਹ ਸੰਬੰਧ ਹੈ ਜਿਹੜਾ ਉਹ ਟੁੱਟ ਜਾਊਗਾ। ਵਾਤਾਵਰਣ ਦੇ ਸਹੀ ਚਿੱਤਰਣ ਨਾਲ ਕਹਾਣੀ ਵਿੱਚ ਰੌਚਕਤਾ ਵੱਧਦੀ ਹੈ ਤੇ ਇਹ ਇੰਨਾ ਸੰਜਮ ਭਰਿਆ ਹੋਣਾ ਚਾਹੀਦਾ ਹੈ ਕਿ ਕਹਾਣੀ ਦੇ ਵਿਕਾਸ ਵਿੱਚ ਕਿਤੇ ਵੀ ਰੁਕਾਵਟ ਨਾ ਬਣੇ। ਹੁਣ ਅਸੀਂ ਗੱਲ ਕਰਦੇ ਹਾਂ ਭਾਸ਼ਾ ਸ਼ੈਲੀ ਦੀ। ਭਾਸ਼ਾ ਵਿਚਾਰਾਂ ਦੀ ਵਾਹਕ ਹੈ, ਇਸ ਦਾ ਸ਼ਕਤੀਵਾਨ ਹੋਣਾ ਬੜਾ ਜ਼ਰੂਰੀ ਹੈ। ਕਹਾਣੀਕਾਰ ਜਿਹੜੀ ਭਾਸ਼ਾ ਵਰਤਦਾ ਹੈ ਉਹ ਭਾਸ਼ਾ ਹੈ ਜਿਹੜੀ ਉਹ ਸ਼ਕਤੀਵਾਨ ਹੋਣੀ ਚਾਹੀਦੀ ਹੈ, ਕਿਉਂਕਿ ਭਾਸ਼ਾ ਦੇ ਰਾਹੀਂ ਉਸ ਦੇ ਵਿਚਾਰ ਪੇਸ਼ ਹੋਣੇ ਹਨ। ਉਸਨੇ ਜੋ ਕਥਾ ਵਸਤੂ ਪੇਸ਼ ਕਰਨੀ ਹੈ ਉਹ ਭਾਸ਼ਾ ਦੇ ਰਾਹੀਂ ਹੋਣੀ ਹੈ, ਇਸ ਲਈ ਉਸ ਦੀ ਭਾਸ਼ਾ ਹੈ ਜਿਹੜੀ ਉਹ ਸ਼ਕਤੀਵਾਨ ਹੋਣੀ ਚਾਹੀਦੀ ਹੈ। ਵਰਤੀ ਗਈ ਭਾਸ਼ਾ ਦਾ ਇੱਕ ਇੱਕ ਸ਼ਬਦ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਪਾਠਕ ਦੇ ਮਨ ਨੂੰ ਝੰਜੋੜ ਦੇਵੇ। ਭਾਸ਼ਾ ਦੀ ਸ਼ੁੱਧਤਾ, ਸਪਸ਼ਟਤਾ, ਸਰਲਤਾ ਵੀ ਅਤ ਜ਼ਰੂਰੀ ਹੈ। ਭਾਸ਼ਾ ਹੈ ਜਿਹੜੀ ਸ਼ੁੱਧ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਕੁਝ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜੋ ਉਹ ਕਹਿਣਾ ਚਾਹੁੰਦਾ ਹੈ ਉਹ ਵਿਚਾਰ ਨਾ ਪਹੁੰਚੇ, ਇਸ ਦੇ ਉਲਟ ਹੋਰ ਵਿਚਾਰ ਜਿਹੜਾ ਪਾਠਕ ਉਸ ਤੋਂ ਲਵੇ। ਸਪਸ਼ਟ ਹੋਣੀ ਚਾਹੀਦੀ ਹੈ ਤੇ ਸਰਲ ਹੋਣੀ ਚਾਹੀਦੀ ਹੈ ਕਹਾਣੀਕਾਰ ਦੀ ਭਾਸ਼ਾ। ਇਹ ਭਾਸ਼ਾ ਦੇ ਗੁਣ ਹਨ।
ਸ਼ੈਲੀ ਲੇਖਕ ਦੇ ਵਿਅਕਤੀਤਵ ਦੀ ਲਖਾਇਕ ਹੈ। ਜਿਹੜੇ ਸਟਾਈਲ ਦੇ ਨਾਲ, ਜਿਹੜੀ ਸ਼ੈਲੀ ਦੇ ਨਾਲ ਕਹਾਣੀ ਨੂੰ ਕਹਾਣੀਕਾਰ ਪੇਸ਼ ਕਰਦਾ ਹੈ, ਉਹ ਉਸ ਦੀ ਸ਼ੈਲੀ ਹੈ। ਸ਼ੈਲੀ ਦੇ ਰਾਹੀਂ ਹੀ ਲੇਖਕ ਪਛਾਣਿਆ ਜਾਂਦਾ ਹੈ। ਅਤੇ ਕਈ ਕਹਾਣੀਕਾਰ ਤਾਂ ਅਜਿਹੇ ਹੁੰਦੇ ਹਨ ਕਿ ਉਹਨਾਂ ਦਾ ਜਿਹੜਾ ਲਿਖਣ ਦਾ ਤਰੀਕਾ ਹੁੰਦਾ ਹੈ ਉਹ ਬੜਾ ਸਾਫ਼ ਅਤੇ ਸਪਸ਼ਟ ਹੁੰਦਾ ਹੈ। ਉਹਨਾਂ ਨੂੰ ਆਪਣੀ ਸ਼ੈਲੀ ਤੋਂ ਹੀ ਪਛਾਣਿਆ ਜਾ ਸਕਦਾ ਹੈ। ਸ਼ੈਲੀ ਦੀ ਭਿੰਨਤਾ ਕਰਕੇ ਹੀ ਕਹਾਣੀ ਦੇ ਕੁਝ ਭੇਦ ਸਾਹਮਣੇ ਆਏ ਹਨ। ਉਹ ਸ਼ੈਲੀ ਕਿਹੜੇ ਪ੍ਰਕਾਰ ਦੀ ਹੋ ਸਕਦੀ ਹੈ? ਜਿਵੇਂ ਕੁਛ ਕਹਾਣੀਕਾਰ ਹੈ ਜਿਹੜੇ ਉਹ ਕਹਾਣੀ ਨੂੰ ਇਸ ਪ੍ਰਕਾਰ ਦੇ ਨਾਲ ਲਿਖਦੇ ਹੈ, ਜਿਵੇਂ ਕੋਈ ਇਤਿਹਾਸ ਦੀ ਘਟਨਾ ਸੁਣਾ ਰਹੇ ਹੋਣ ਤਾਂ ਉਸ ਨੂੰ ਅਸੀਂ ਇਤਿਹਾਸਕ ਸ਼ੈਲੀ ਕਹਿ ਦਿੰਦੇ ਹਾਂ। ਜਦੋਂ ਉਸ ਸ਼ੈਲੀ ਦੇ ਵਿੱਚ ਵਾਰਤਾਲਾਪੀ ਵਿਧੀ ਵਰਤੀ ਜਾਂਦੀ ਹੈ, ਭਾਵ ਪਾਤਰਾਂ ਦਾ ਆਪਸ ਵਿੱਚ ਵਾਰਤਾਲਾਪ ਕਰਵਾਇਆ ਜਾਂਦਾ ਹੈ, ਜਿਵੇਂ ਨਾਟਕ ਦੇ ਵਿੱਚ ਹੁੰਦਾ ਹੈ, ਤਾਂ ਉਹ ਵਾਰਤਾਲਾਪੀ ਸ਼ੈਲੀ ਹੋ ਜਾਂਦੀ ਹੈ। ਜਦੋਂ ਉਸ ਨੂੰ ਡਾਇਰੀ ਦੇ ਪ੍ਰਕਾਰ ਦੇ ਨਾਲ, ਜਿਵੇਂ ਦੇਖਿਆ ਹੋਣਾ ਨਾ ਤੁਸੀਂ ਕਿ ਬਹੁਤ ਲੋਕ ਹੈ ਜਿਹੜੇ ਉਹ ਦੈਨਿਕ ਡਾਇਰੀ ਲਿਖਦੇ ਆ ਆਪਣੀ, ਤਾਂ ਘਟਨਾਵਾਂ ਨੂੰ ਜਦੋਂ ਦੈਨਿਕ ਡਾਇਰੀ ਦੇ ਹਿਸਾਬ ਦੇ ਨਾਲ, ਮਤਲਬ ਡੇ ਬਾਈ ਡੇ, ਦਿਨ ਬ ਦਿਨ ਪੇਸ਼ ਕੀਤਾ ਜਾਵੇ ਤਾਂ ਉਹ ਡਾਇਰੀ ਸ਼ੈਲੀ ਬਣ ਜਾਂਦੀ ਹੈ। ਇਸੇ ਤਰੀਕੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਲੋਕ ਇੱਕ ਦੂਜੇ ਨੂੰ ਪੱਤਰ ਲਿਖਿਆ ਕਰਦੇ ਸਨ, ਤਾਂ ਐਵੇਂ ਲੱਗੇ ਕਿ ਆਹ ਘਟਨਾ ਹੈ ਜਿਹੜੀ ਦੂਜੀ ਘਟਨਾ ਦਾ ਜਵਾਬ ਹੈ, ਤਾਂ ਉਹ ਜਿਹੜੀ ਹੈ ਸ਼ੈਲੀ ਉਹ ਪੱਤਰ ਸ਼ੈਲੀ ਹੋ ਜਾਂਦੀ ਹੈ। ਤਾਂ ਇਹ ਕੁਛ ਸ਼ੈਲੀਆਂ ਹਨ ਕਹਾਣੀ ਲਿਖਣ ਦੀਆਂ, ਜਿਨ੍ਹਾਂ ਦੀ ਵੱਖ-ਵੱਖ ਕਹਾਣੀਕਾਰ ਵੱਖ-ਵੱਖ ਪ੍ਰਸੰਗਾਂ ਦੇ ਅਨੁਸਾਰ ਵਰਤੋਂ ਕਰਦੇ ਹਨ। ਸ਼ੈਲੀ ਤੋਂ ਹੀ ਲੇਖਕ ਦੀ ਪਛਾਣ ਹੁੰਦੀ ਹੈ। ਉਹ ਆਪਣੇ ਪ੍ਰਸੰਗ ਦੇ ਅਨੁਸਾਰ, ਆਪਣੇ ਵਿਸ਼ੇ ਦੇ ਅਨੁਸਾਰ ਢੁਕਵੀਂ ਸ਼ੈਲੀ ਦੀ ਵਰਤੋਂ ਕਰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਉਦੇਸ਼ ਜਾਂ ਮੰਤਵ ਦੀ। ਕਹਾਣੀਕਾਰ ਜੋ ਕਹਾਣੀ ਲਿਖਦਾ ਹੈ ਉਸਦਾ ਕੁਛ ਨਾ ਕੁਛ ਉਦੇਸ਼ ਹੁੰਦਾ ਹੈ। ਮਾਨਵ ਜੀਵਨ ਦੀ ਹਰੇਕ ਘਟਨਾ ਹੈ ਜਿਹੜੀ ਉਹ ਉਦੇਸ਼ਪੂਰਨ ਹੈ। ਮਾਨਵ ਕੋਈ ਵੀ ਜਿਹੜਾ ਕਾਰਜ ਕਰਦਾ ਹੈ, ਕੰਮ ਕਰਦਾ ਹੈ, ਤਾਂ ਉਹ ਉਦੇਸ਼ਪੂਰਨ ਹੁੰਦਾ ਹੈ। ਤਾਂ ਜਦੋਂ ਕਹਾਣੀਕਾਰ ਇੱਕ ਕਹਾਣੀ ਲਿਖਦਾ ਹੈ ਤਾਂ ਉਹਦੇ ਸਾਹਮਣੇ ਵੀ ਕੁਛ ਉਦੇਸ਼ ਹੁੰਦੇ ਹਨ। ਉਹ ਸਮਾਜ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ ਹੁੰਦਾ ਹੈ। ਸਮਾਜ ਦੇ ਵਿੱਚੋਂ ਕਿਸੇ ਬੁਰਾਈ ਦੇ ਪ੍ਰਤੀ ਉਸਨੇ ਆਪਣਾ ਰੁਖ ਪ੍ਰਗਟ ਕਰਨਾ ਹੁੰਦਾ ਹੈ, ਕਿਸੇ ਚੰਗਿਆਈ ਨੂੰ ਸਥਾਪਿਤ ਕਰਨਾ ਹੁੰਦਾ ਹੈ, ਤਾਂ ਉਹ ਆਪਣਾ ਜਿਹੜਾ ਉਦੇਸ਼ ਹੈ ਉਹ ਕਹਾਣੀ ਦੇ ਰਾਹੀਂ ਦਿੰਦਾ ਹੈ, ਆਪਣਾ ਮਨੋਰਥ ਰੱਖਦਾ ਹੈ। ਉਦੇਸ਼ਾਤਮਕ ਕੁਝ ਕਹਾਣੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਉਦੇਸ਼ ਰੱਖੇ ਗਏ ਹੁੰਦੇ ਹਨ। ਕਿਸੇ ਵਹਿਮ ਭਰਮ ਜਾਂ ਪਾਖੰਡ ਨੂੰ ਦੂਰ ਕਰਨ ਲਈ ਜਿਵੇਂ ਉਦੇਸ਼ ਹੋ ਸਕਦਾ ਹੈ ਉਸਦਾ, ਕਹਾਣੀਕਾਰ ਉਸਦੇ ਮਾੜੇ ਪੱਖਾਂ ਨੂੰ ਬਿਆਨ ਕਰਕੇ ਪੇਸ਼ ਕਰੂਗਾ ਅਤੇ ਉਸ ਜਿਹੜਾ ਵਹਿਮ ਭਰਮ ਦੇ ਪ੍ਰਤੀ ਉਸਦਾ ਉਦੇਸ਼ ਹੈ ਕਿ ਇਸ ਨੂੰ ਦੂਰ ਕਰਨਾ ਹੈ, ਉਹ ਨਜ਼ਰੀਆ ਉੱਥੋਂ ਸਪਸ਼ਟ ਹੋ ਜਾਏਗਾ। ਕਿਉਂਕਿ ਉਸਦਾ ਉਦੇਸ਼ ਜਾਂ ਮੰਤਵ ਆਪਣੇ ਪਾਠਕਾਂ ਨੂੰ ਸਹੀ ਰਸਤਾ ਦਿਖਾਉਣਾ ਹੁੰਦਾ ਹੈ, ਇਸ ਲਈ ਉਹ ਆਪਣੇ ਵਿਚਾਰਾਂ ਨੂੰ ਉਸ ਪ੍ਰਕਾਰ ਦੇ ਨਾਲ ਉਦੇਸ਼ ਰੱਖ ਕੇ ਪੇਸ਼ ਕਰਦਾ ਹੈ। ਅਜੋਕੇ ਸਮੇਂ ਲਿਖੀ ਜਾ ਰਹੀ ਨਿੱਕੀ ਕਹਾਣੀ ਵੀ ਉਦੇਸ਼ ਰਹਿਤ ਨਹੀਂ ਹੈ। ਭਾਵ ਜੋ ਹੁਣ ਨਿੱਕੀ ਕਹਾਣੀ ਲਿਖੀ ਜਾ ਰਹੀ ਹੈ ਉਸ ਦੇ ਵਿੱਚ ਕੁਝ ਉਦੇਸ਼ ਹਨ, ਉਦੇਸ਼ ਤੋਂ ਰਹਿਤ ਨਹੀਂ ਹੈ। ਇਹ ਗੱਲ ਜ਼ਰੂਰ ਹੈ ਕਿ ਉਦੇਸ਼ ਹੈ ਜਿਹੜੇ ਉਹ ਅਲੱਗ-ਅਲੱਗ ਹੋ ਸਕਦੇ ਹਨ। ਹਰੇਕ ਕਹਾਣੀਕਾਰ ਹੈ ਜਿਹੜਾ ਆਪਣਾ ਉਦੇਸ਼ ਅਲੱਗ ਲੈ ਕੇ ਚੱਲਦਾ ਹੈ। ਉਹ ਕਿਹੜੇ ਉਦੇਸ਼ ਹੋ ਸਕਦੇ ਹਨ? ਇਹ ਉਦੇਸ਼ ਰਾਜਨੀਤਿਕ ਹੋ ਸਕਦੇ ਹਨ, ਸਮਾਜਿਕ ਆਰਥਿਕ ਹੋ ਸਕਦੇ ਹਨ, ਧਾਰਮਿਕ ਸੱਭਿਆਚਾਰਕ ਹੋ ਸਕਦੇ ਹਨ ਕਿ ਕਿਸ ਦੇ ਬਾਰੇ ਉਸਨੇ ਲਿਖਣਾ ਹੈ। ਜੀਵਨ ਦੇ ਜਿਸ ਤੱਥ ਜਾਂ ਗੁੰਝਲ ਉੱਤੇ ਕਹਾਣੀਕਾਰ ਪ੍ਰਕਾਸ਼ ਪਾ ਰਿਹਾ ਹੁੰਦਾ ਹੈ ਉਸ ਪ੍ਰਤੀ ਉਸਦਾ ਦ੍ਰਿਸ਼ਟੀਕੋਣ ਪ੍ਰਗਟ ਹੋ ਜਾਂਦਾ ਹੈ। ਜੀਵਨ ਦੀ ਜਿਸ ਗੁੰਝਲ ਪ੍ਰਤੀ ਉਸਨੇ ਆਪਣੇ ਵਿਚਾਰ ਪ੍ਰਗਟ ਕਰਨੇ ਹੁੰਦੇ ਹਨ ਉਸਦਾ ਦ੍ਰਿਸ਼ਟੀਕੋਣ ਉਸੇ ਤੋਂ ਹੀ ਸਾਫ਼ ਹੁੰਦਾ ਹੈ। ਆਪਣੇ ਉਦੇਸ਼ ਨੂੰ ਪ੍ਰਗਟਾਉਣ ਲਈ ਕਹਾਣੀਕਾਰ ਨੂੰ ਉਪਦੇਸ਼ਕ ਨਹੀਂ ਬਣਨਾ ਚਾਹੀਦਾ। ਉਸ ਨੂੰ ਜਿਹੜਾ ਵੀ ਉਦੇਸ਼ ਉਸਨੇ ਰੱਖਣਾ ਹੈ ਉਸ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ। ਜਿਵੇਂ ਅਸੀਂ ਹੁਣੇ ਹੀ ਗੱਲ ਕਰੀ ਸੀ ਜਿਹੜੀ ਆਤੂ ਖੋਜੀ ਕਹਾਣੀ ਹੈ, ਉਸ ਦੇ ਵਿੱਚ ਜਿਹੜੀ ਨਿਆਂ ਵਿਵਸਥਾ ਹੈ ਉਸ 'ਤੇ ਵਿਅੰਗ ਕਰਨਾ ਸੀਗਾ ਲੇਖਕ ਨੇ, ਅਤੇ ਉਸਨੇ ਸਿੱਧਾ ਸਿੱਧਾ ਨਹੀਂ ਕਿਹਾ ਕਿ ਜਿਹੜੀ ਨਿਆਂ ਵਿਵਸਥਾ ਹੈ ਉਸ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਜਿਹੜੀ ਹੈ ਬੁਰਾਈਆਂ ਹਨ, ਉੱਥੇ ਰਿਸ਼ਵਤਖੋਰੀ ਹੈ, ਇਸ ਪ੍ਰਕਾਰ ਦੇ ਨਾਲ ਨਹੀਂ ਕਿਹਾ। ਉੱਥੇ ਲੇਖਕ ਨੇ, ਕਹਾਣੀਕਾਰ ਨੇ ਆਤੂ ਖੋਜੀ ਨੂੰ ਇਮਾਨਦਾਰ ਵਿਖਾਇਆ ਕਿ ਆਤੂ ਖੋਜੀ ਜੇ ਚਾਹੁੰਦਾ ਤਾਂ ਉਹ ਪੈਸੇ ਲੈ ਕੇ ਆਪਣੇ ਜਵਾਈ ਨੂੰ ਬਚਾ ਸਕਦਾ ਸੀ। ਕਿ ਇਹੋ ਜਿਹੇ ਸਮੇਂ ਦੇ ਵਿੱਚ ਵੀ ਜਦੋਂ ਹਰੇਕ ਬੰਦਾ ਹੈ ਜਿਹੜਾ ਰਿਸ਼ਵਤਖੋਰੀ ਦੇ ਲਾਲਚ ਵਿੱਚ ਹੈ, ਆਤੂ ਖੋਜੀ ਵਰਗੇ ਇਮਾਨਦਾਰ ਬੰਦੇ ਵੀ ਹੈਗੇ, ਤਾਂ ਉਸਨੇ ਜਿਹੜਾ ਆਪਣਾ ਉਪਦੇਸ਼ ਦੇਣਾ ਸੀਗਾ ਉਹ ਘਟਨਾ ਜਾਂ ਕਾਰਜ ਦੇ ਰਾਹੀਂ ਦਿੱਤਾ। ਸਿੱਧਾ ਸਿੱਧਾ ਉਸਨੇ ਕੋਈ ਉੱਥੇ ਉਪਦੇਸ਼ ਨਹੀਂ ਦਿੱਤਾ। ਕਹਾਣੀਕਾਰ ਹੈ ਜਿਹੜਾ ਉਹ ਉਪਦੇਸ਼ਕ ਨਹੀਂ ਬਣਿਆ। ਇੱਕ ਚੰਗਾ ਕਹਾਣੀਕਾਰ ਤਾਂ ਇੱਕ ਵਾਕ ਰਾਹੀਂ ਹੀ ਮਤਲਬ ਦੀ ਗੱਲ ਕਰ ਜਾਂਦਾ ਹੈ। ਆਪਣੀ ਗੱਲ ਨੂੰ ਕਹਿਣ ਲਈ ਉਸਨੂੰ ਬਹੁਤੇ ਵਾਕਾਂ ਦੀ ਜ਼ਰੂਰਤ ਨਹੀਂ ਹੁੰਦੀ। ਤਾਂ ਅਸੀਂ ਗੱਲ ਕੀਤੀ ਕਹਾਣੀ ਦੀ ਪਰਿਭਾਸ਼ਾ ਦੀ, ਵੱਖ-ਵੱਖ ਵਿਦਵਾਨਾਂ ਦੇ ਅਸੀਂ ਵਿਚਾਰ ਪੜ੍ਹੇ ਕਹਾਣੀ ਦੇ ਬਾਰੇ, ਅਤੇ ਉਹਨਾਂ ਦੇ ਆਧਾਰ 'ਤੇ ਅਸੀਂ ਸਿੱਟਾ ਕੱਢਿਆ ਕਿ ਕਹਾਣੀ ਨੂੰ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਅਤੇ ਕਿਹੜੇ-ਕਿਹੜੇ ਤੱਤ ਮਿਲ ਕੇ ਕਹਾਣੀ ਨੂੰ ਬਣਾਉਂਦੇ ਹਨ, ਅਸੀਂ ਉਹਨਾਂ ਦੀ ਗੱਲ ਕੀਤੀ। ਆਪਾਂ ਮਿਲਾਂਗੇ ਕਿਸੇ ਨਵੇਂ ਅਧਿਐਨ ਬਿੰਦੂ ਦੇ ਨਾਲ। ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ।